इत्थों तक कहते कि बादल का छड्डा नहीं, मेरी वाइफ ते भी मुकदमा किया, सानू बरी होए। मेरा मतलब ये सरकारां जिहड़ियां समझदी नहीं, सरकार का मतलब भी जो दरख्त नूं फड़ लगता वो न्योंदा है, कदे बदलाखोरी नहीं करनी चाहिए। मेरे जमाने दसो किसी भी कांग्रेसी नूं कोई तकलीफ हो, ये कम नहीं हुंदा। थोड़ा कम हो रहा है, सरकार का काम बदलाखोरी नहीं हुंदा, सरकार का काम हुंदा लोगों की सेवा। इन्ना चिर मैं सियासत ते रहा, मैं किसी का नाम लैके सियासत नहीं की। मेरा एक विश्वास भी जिहड़ा है वो पार्टी वास्ते आ गया। पंजाब ਦੇ 5 ਵਾਰ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 16 ਅਪ੍ਰੈਲ ਨੂੰ ਸਾਹ ਲੈਣ ਦੀ ਤਕਲੀਫ ਹੋਣ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਸ਼ਾਮ 7:42 ਤੇ ਆਖਰੀ ਸਾਹ ਲਿਆ। ਉਹਨਾਂ ਦੇ ਦੇਹਾਂਤ ਤੇ ਪੀਐਮ ਨਰਿੰਦਰ ਮੋਦੀ, ਸੀਐਮ ਭਗਵੰਤ ਮਾਨ ਅਤੇ ਕਈ ਮਸ਼ਹੂਰ ਹਸਤੀਆਂ ਨੇ ਸ਼ੋਕ ਜਤਾਇਆ ਹੈ। ਕੇਂਦਰ ਸਰਕਾਰ ਨੇ 2 ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ਵਿਖੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਰਾਮਪੁਰਾ ਫੂਲ ਤੋਂ ਹੁੰਦਾ ਹੋਇਆ ਬਠਿੰਡਾ ਦੇ ਪਿੰਡ ਬਾਦਲ ਵਿਖੇ ਹੋਵੇਗਾ। ਵੀਰਵਾਰ ਨੂੰ ਦੁਪਹਿਰ 1 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਮੁਕਤਸਰ ਦੇ ਛੋਟੇ ਪਿੰਡ ਅਬੂਲ ਖੁਰਾਨਾ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਖਿਡਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਡਾਕਟਰ ਬਣਨ ਦੀ ਇੱਛਾ ਸੀ। 1 ਸਾਲ ਦੀ ਡਾਕਟਰ ਦੀ ਪੜ੍ਹਾਈ ਵੀ ਕੀਤੀ। ਸਾਲ 1959 ਵਿੱਚ ਸੁਰਿੰਦਰ ਕੌਰ ਦੇ ਨਾਲ ਵਿਆਹ ਹੋਇਆ। ਉਹ ਆਪਣੇ ਪਿੱਛੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਬੇਟੀ ਪ੍ਰਨੀਤ ਕੌਰ ਛੱਡ ਗਏ ਨੇ। ਨੂੰਹ ਹਰਸਿਮਰਤ ਕੌਰ ਬਾਦਲ MP ਨੇ। ਬੜੇ ਬਾਦਲ ਦੀ ਪਤਨੀ ਦੀ ਸਾਲ 2011 ਦੇ ਵਿੱਚ ਕੈਂਸਰ ਦੇ ਨਾਲ ਮੌਤ ਹੋ ਗਈ ਸੀ। ਉਹਨਾਂ ਨੇ ਰਾਜਨੀਤੀ ਦੀ ਸ਼ੁਰੂਆਤ ਸਾਲ 1947 ਤੋਂ ਕੀਤੀ। ਸਰਪੰਚ ਦੀ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ ਤਾਂ 2 ਸਭ ਤੋਂ ਘੱਟ ਉਮਰ ਦੇ ਸਰਪੰਚ ਬਣ ਗਏ। 1957 ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਵਿਧਾਨ ਸਭਾ ਚੋਣ ਲੜਿਆ ਅਤੇ ਜਿੱਤੇ। 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 11 ਵਾਰ ਵਿਧਾਇਕ ਰਹੇ। ਉਹਨਾਂ ਨੂੰ 2015 ਦੇ ਵਿੱਚ ਪਦਮ ਵਿਭੂਸ਼ਣ ਦਿੱਤਾ ਗਿਆ ਸੀ। ਹਾਲਾਂਕਿ ਉਹਨਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਇਸ ਨੂੰ ਵਾਪਸ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ 2022 ਵਿੱਚ ਵੀ ਪੰਜਾਬ ਵਿਧਾਨ ਸਭਾ ਦਾ ਚੋਣ ਲੜਿਆ ਸੀ। ਉਹ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਸੀ। ਹਾਲਾਂਕਿ ਉਹਨਾਂ ਨੂੰ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿਆਸੀ ਤੌਰ ਤੇ ਉਹਨਾਂ ਦਾ ਰਸੂਖ ਇਸ ਕਦਰ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਦੇ ਪੈਰ ਛੂੰਹਦੇ ਸੀ। ਉਹਨਾਂ ਨੇ 75 ਸਾਲ ਦਾ ਸਫਲ ਰਾਜਨੀਤਿਕ ਜੀਵਨ ਜਿਆ। ਇਸ ਦੌਰਾਨ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਹਨਾਂ ਨੇ ਲਗਾਤਾਰ 11 ਚੋਣਾਂ ਜਿੱਤੀਆਂ। ਪਿਛਲੇ ਸਾਲ ਉਹ ਆਪਣੀ ਸੀਟ ਲੰਬੀ ਤੋਂ ਚੋਣਾਂ ਹਾਰ ਗਏ। ਇਸ ਤੋਂ ਬਾਅਦ ਉਹ ਸਿਆਸੀ ਤੌਰ ਤੇ ਜ਼ਿਆਦਾ ਸਕਰੀਏ ਨਹੀਂ ਰਹੇ। ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਗੱਠਜੋੜ ਤੋੜ ਦਿੱਤਾ। ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਤੱਕ ਵਾਪਸ ਕਰ ਦਿੱਤਾ। 20 ਸਾਲ ਦੀ ਉਮਰ ਵਿੱਚ ਸਰਪੰਚ ਬਣਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕਰੀਬ 75 ਸਾਲ ਤੱਕ ਰਾਜਨੀਤਿਕ ਜੀਵਨ ਵਿੱਚ ਹਮੇਸ਼ਾ ਰਾਜਨੀਤੀ ਦੇ ਕੇਂਦਰ ਵਿੱਚ ਰਹੇ। ਪੰਜਾਬ ਸੂਬੇ ਦੀ ਰਾਜਨੀਤੀ ਦਾ ਉਹਨਾਂ ਨੂੰ ਬਾਬਾ ਬੋੜ ਕਿਹਾ ਗਿਆ ਹੈ ਤੇ ਕੇਂਦਰ ਦੇ ਵਿੱਚ ਵੀ ਉਹਨਾਂ ਦੀ ਦਿਹਾੜ ਹਮੇਸ਼ਾ ਉੱਚੀ ਰਹੀ। ਜਨਸੰਘ ਅਤੇ ਭਾਜਪਾ ਦੀ ਤਰਫ ਝੁਕੀ ਰਾਜਨੀਤੀ ਦੇ ਪ੍ਰਮੁੱਖ ਚਿਹਰਿਆਂ ਵਿੱਚ ਸ਼ੁਮਾਰ ਨੇ। ਭਾਜਪਾ ਨੇ ਵੀ ਉਹਨਾਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ। ਇਸ ਦੇ ਬਾਵਜੂਦ ਉਹ ਕੇਂਦਰ ਦੀ ਰਾਜਨੀਤੀ ਦੇ ਵਿੱਚ ਵੱਧ ਸਮੇਂ ਨਹੀਂ ਰੁਕੇ। ਮਾਰਚ 1987 ਵਿੱਚ ਕੇਂਦਰ ਵਿੱਚ ਮੋਰਾਰਜੀ ਦੇਸਾਈ ਦੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਬਣ ਗਏ। ਕੁਝ ਸਮੇਂ ਬਾਅਦ ਲੋਕ ਸਭਾ ਦੇ ਵਿੱਚ ਚੋਣਾਂ ਹੋਈਆਂ, ਲੇਕਿਨ ਕੇਂਦਰ ਦੀ ਰਾਜਨੀਤੀ ਉਹਨਾਂ ਨੂੰ ਪਸੰਦ ਨਹੀਂ ਆਈ। ਕੁਝ ਮਹੀਨੇ ਤੋਂ ਬਾਅਦ ਕੇਂਦਰੀ ਮੰਤਰੀ ਦਾ ਅਹੁਦਾ ਉਹਨਾਂ ਨੇ ਛੱਡ ਦਿੱਤਾ। ਇਸ ਤੋਂ ਬਾਅਦ ਉਹ ਪੰਜਾਬ ਦੀ ਰਾਜਨੀਤੀ ਤੋਂ ਬਾਹਰ ਨੇ ਨਿਕਲੇ। ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਬਾਦਲ ਪਿੰਡ ਦੇ ਸਰਪੰਚ ਚੁਣੇ ਗਏ ਤਦ ਉਹਨਾਂ ਦੀ ਉਮਰ ਮਹਿਜ਼ 20 ਸਾਲ ਦੀ ਸੀਗੀ। ਫਿਰ ਬਾਦਲ ਤੋਂ ਉਹਨਾਂ ਦੇ ਲਈ ਅਗਲਾ ਪੜਾਅ ਆਇਆ ਲੰਬੀ। ਸਰਪੰਚ ਚੁਣੇ ਜਾਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਹ ਲੰਬੀ ਬਲਾਕ ਸਮਿਤੀ ਦੇ ਪ੍ਰਧਾਨ ਚੁਣੇ ਗਏ। ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਲੰਬੀ ਨੂੰ ਵੀ ਹਮੇਸ਼ਾ ਦੇ ਲਈ ਆਪਣੇ ਨਾਲ ਜੋੜ ਲਿਆ। ਪਹਿਲੀ ਵਾਰ 1957 ਤੋਂ ਲੈ ਕੇ 2017 ਤੱਕ 10 ਵਾਰ ਪੰਜਾਬ ਵਿਧਾਨ ਸਭਾ ਵਿੱਚ ਉਹਨਾਂ ਨੇ ਲੰਬੀ ਦਾ ਪ੍ਰਤੀਨਿਧਿਤਵ ਕੀਤਾ, ਲੇਕਿਨ 94 ਸਾਲ ਦੀ ਉਮਰ ਵਿੱਚ ਆਖਰੀ ਚੋਣਾਂ ਦੇ ਦੌਰਾਨ ਉੱਥੋਂ ਉਹ ਚੋਣਾਂ ਹਾਰ ਗਏ। ਸਭ ਤੋਂ ਨੌਜਵਾਨ ਮੁੱਖ ਮੰਤਰੀ ਅਤੇ ਸਭ ਤੋਂ ਵੱਧ ਉਮਰ ਵਿੱਚ ਰਾਜਨੀਤੀ ਨੂੰ ਅਲਵਿਦਾ ਕਹਿਣ ਵਾਲੇ ਦੋਨਾਂ ਉਪਲਬਧੀਆਂ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਰਹੀ। ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮਾਰਚ 1970 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ। ਸਿਰਫ 43 ਸਾਲ ਦੀ ਉਮਰ ਵਿੱਚ ਇਸ ਅਹੁਦੇ ਨੂੰ ਸੰਭਾਲਣ ਵਾਲੇ ਉਹ ਉਸ ਸਮੇਂ ਦੀ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। 1970 ਵਿੱਚ ਉਹਨਾਂ ਨੇ ਭਾਜਪਾ ਅਕਾਲੀ ਦਲ ਦੀ ਸਰਕਾਰ ਨੂੰ ਤਕਰੀਬਨ ਸਵਾ ਸਾਲ ਚਲਾਇਆ। ਵਿਧਾਨ ਸਭਾ 2022 ਦੇ ਚੋਣਾਂ ਵਿੱਚ 94 ਸਾਲ ਦੀ ਉਮਰ ਵਿੱਚ ਉਹ ਚੋਣਾਂ ਮੈਦਾਨ ਵਿੱਚ ਉਤਰੇ। ਉਹਨਾਂ ਨੂੰ ਆਪਣੇ ਰਾਜਨੀਤਿਕ ਸਫ਼ਰ ਦੀ ਪਹਿਲੀ ਹਾਰ ਇਸੇ ਉਮਰ ਵਿੱਚ ਮਿਲੀ ਸੀ।
ਅਤੇ ਉਹਨਾਂ ਨੇ ਰਾਜਨੀਤਿਕ ਸਫ਼ਰ ਨੂੰ ਬੀਤੇ ਸਾਲ ਹੀ ਅਲਵਿਦਾ ਕਹਿ ਦਿੱਤਾ ਸੀ। 24 ਮਈ 2011 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਦਾ ਕੈਂਸਰ ਤੋਂ ਲੰਬੀ ਲੜਾਈ ਤੋਂ ਬਾਅਦ ਪੀਜੀਆਈ ਦੇ ਵਿੱਚ ਦੇਹਾਂਤ ਹੋ ਗਿਆ। ਤਦ ਸੁਰਿੰਦਰ ਕੌਰ 72 ਸਾਲਾਂ ਦੀ ਸੀ। ਸੁਰਿੰਦਰ ਕੌਰ ਗਲੇ ਦੇ ਕੈਂਸਰ ਤੋਂ ਪੀੜਿਤ ਸੀ। ਪਤਨੀ ਦੇ ਦੇਹਾਂਤ ਤੋਂ ਬਾਅਦ ਮੁੱਖ ਮੰਤਰੀ ਰਹਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਦੇ ਖਿਲਾਫ ਮੁਹਿੰਮ ਛੇੜ ਦਿੱਤੀ। ਘਰ ਘਰ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਕਰਵਾਉਣੀ ਸ਼ੁਰੂ ਕੀਤੀ। ਇੰਨਾ ਹੀ ਨਹੀਂ, ਸਰਕਾਰੀ ਹਸਪਤਾਲਾਂ ਦੇ ਵਿੱਚ ਕੈਂਸਰ ਦੇ ਪ੍ਰਤੀ ਇਲਾਜ ਵਿੱਚ ਤੇਜ਼ੀ ਸਾਬਕਾ ਮੁੱਖ ਮੰਤਰੀ ਦੇ ਕਾਰਨ ਹੀ ਸੰਭਵ ਹੋਈ। ਸੀਐਮ ਰਿਲੀਫ ਫੰਡ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕਰਵਾਇਆ, ਜਿਸ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਫਾਈਲ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਮੁੱਖ ਮੰਤਰੀ ਦੀ ਸਭ ਤੋਂ ਲੰਬੀ ਪਾਰੀ ਖੇਡਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਰਾਜਨੀਤਿਕ ਕਰੀਅਰ ਪਿੰਡਾਂ ਤੋਂ ਸ਼ੁਰੂ ਹੋਇਆ ਸੀ। ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਸਿੱਧੇ ਨਹੀਂ ਪਹੁੰਚੇ, ਬਲਕਿ ਪਿੰਡਾਂ ਤੋਂ ਸ਼ੁਰੂਆਤ ਹੋਈ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੀ ਭਾਰਤ ਪਿੰਡਾਂ ਵਿੱਚ ਵੱਸਦਾ ਹੈ। ਪਿੰਡ ਵਿਕਾਸ ਸਭ ਤੋਂ ਜ਼ਰੂਰੀ ਹੈ। ਇਸ ਵਿਚਾਰਧਾਰਾ ਦੇ ਬਾਦਲ ਹਮੇਸ਼ਾ ਪੱਖੀ ਸੀ। ਇਹੀ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਦ 1970 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਪਿੰਡ ਵਿਕਾਸ ਦੇ ਲਈ ਫੋਕਲ ਪੁਆਇੰਟ ਸ਼ਹਿਰਾਂ ਦੀ ਬਜਾਏ ਪਿੰਡਾਂ ਵਿੱਚ ਖੋਲ੍ਹਣ ਦੀ ਸ਼ੁਰੂਆਤ ਕੀਤੀ। ਅੱਜ ਵੀ ਪੰਜਾਬ ਵਿੱਚ ਜ਼ਿਆਦਾਤਰ ਫੋਕਲ ਪੁਆਇੰਟ ਪਿੰਡਾਂ ਇਲਾਕੇ ਦੇ ਵਿੱਚ ਹੈ। ਬੇਸ਼ੱਕ ਕਈ ਥਾਵਾਂ ਤੇ ਉਹਨਾਂ ਨੂੰ ਵਕਤ ਦੇ ਨਾਲ ਡਿਵੈਲਪ ਹੋਣ ਤੋਂ ਬਾਅਦ ਸ਼ਹਿਰੀ ਖੇਤਰਾਂ ਦੇ ਨਾਲ ਜੋੜ ਦਿੱਤਾ, ਲੇਕਿਨ ਸ਼ੁਰੂਆਤੀ ਤੌਰ ਪਿੰਡਾਂ ਤੋਂ ਹੋਈ ਸੀ। ਸੂਬੇ ਦੇ ਬਹੁਤ ਸਾਰੇ ਲੋਕ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਨਹੀਂ ਪਹੁੰਚ ਪਾਉਂਦੇ ਸੀ। ਇਸ ਨੂੰ ਦੇਖਦੇ ਹੋਏ ਲੋਕਾਂ ਤੋਂ ਸਿੱਧੇ ਜੁੜਾਵ ਅਤੇ ਸੰਵਾਦ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੇ ਘਰ ਵਾਲੇ ਕਨਸੈਪਟ ਤੇ ਸੰਗਤ ਦਰਸ਼ਨ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਪਿੰਡਾਂ ਦੇ ਵਿੱਚ ਸੰਗਤ ਦਰਸ਼ਨ ਲਗਾਏ, ਜਿੱਥੇ ਲੋਕ ਆ ਕੇ ਸਿੱਧੇ ਮੁੱਖ ਮੰਤਰੀ ਤੋਂ ਰੂਬਰੂ ਹੁੰਦੇ ਸੀ ਅਤੇ ਮੁੱਖ ਮੰਤਰੀ ਨੂੰ ਆਪਣੀ ਸਮੱਸਿਆ ਦੱਸਦੇ ਸੀ। ਸੰਗਤ ਦਰਸ਼ਨ ਵਿੱਚ ਮੁੱਖ ਮੰਤਰੀ ਦੇ ਨਾਲ ਸਾਰੀ ਸਰਕਾਰ ਵੀ ਨਾਲ ਚੱਲਦੀ ਸੀ ਅਤੇ ਜਿਹੜੇ ਲੋਕਾਂ ਦੀ ਸਮੱਸਿਆ ਦੱਸੀ ਜਾਂਦੀ ਸੀ, ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਮੌਕੇ ਤੇ ਹੀ ਸੁਲਝਾ ਦਿੱਤੀ ਜਾਵੇ। ਬਹੁਤ ਵੱਡੇ ਮਾਮਲੇ ਜਿਹੜੇ ਕਿ ਦਫ਼ਤਰ ਤੋਂ ਹੀ ਹੱਲ ਹੋਣੇ ਸੀ, ਉਹਨਾਂ ਦੀ ਫਾਈਲਾਂ ਹੀ ਚੰਡੀਗੜ੍ਹ ਪਹੁੰਚਦੀ ਸੀ। ਅਧਿਕਾਰੀਆਂ ਨੂੰ ਵੀ ਆਦੇਸ਼ ਸੀ ਕਿ ਜੋ ਮਾਮਲੇ ਸੰਗਤ ਦਰਸ਼ਨ ਵਿੱਚ ਆਏ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਅਜਿਹਾ ਨਹੀਂ ਸੀ ਕਿ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦੇ ਵਿੱਚ ਆਏ ਮਾਮਲਿਆਂ ਤੋਂ ਸੁਣਨ ਤੋਂ ਬਾਅਦ ਉੱਥੇ ਹੀ ਛੱਡ ਦਿੰਦੇ ਸੀ। ਉਹ ਬਕਾਇਦਾ ਸਾਰੇ ਮਾਮਲਿਆਂ ਦਾ ਜਥੇਦਾਰਾਂ ਦੇ ਜ਼ਰੀਏ ਰਿਵਿਊ ਕਰਦੇ। ਇਸ ਦੇ ਨਾਲ ਹੀ ਅਧਿਕਾਰੀਆਂ ਤੋਂ ਰਿਪੋਰਟ ਵੀ ਮੰਗਦੇ ਸੀ ਕਿ ਜਿਹੜੇ ਮਾਮਲੇ ਸੰਗਤ ਦਰਸ਼ਨ ਵਿੱਚ ਆਏ ਸੀ ਕਿ ਉਹਨਾਂ ਦਾ ਕੀ ਬਣਿਆ। ਪ੍ਰਕਾਸ਼ ਸਿੰਘ ਬਾਦਲ ਮਜ਼ਾਕੀਆ ਵੀ ਸੀ। ਸੰਗਤ ਦਰਸ਼ਨ ਦੇ ਦੌਰਾਨ ਉਹ ਲੋਕਾਂ ਨੂੰ ਲੋਟ-ਪੋਟ ਕਰਦੇ ਸੀ। ਉਹ ਕਈ ਵਾਰ ਸੰਗਤ ਦਰਸ਼ਨ ਵਿੱਚ ਕਹਿੰਦੇ ਸੀ ਇਹ ਕਨਸੈਪਟ ਕੋਈ ਨया ਨਹੀਂ ਹੈ ਬਲਕਿ ਪੁਰਾਣਾ ਹੈ। ਸੰਗਤ ਦਰਸ਼ਨ ਦੇ ਬਹਾਨੇ ਇਲਾਕੇ ਦਾ ਪੂਰਾ ਐਕਸਰੇ ਵੀ ਹੋ ਜਾਂਦਾ ਹੈ। ਨਾਲ ਹੀ 70 ਤੋਂ 80% ਕੰਮ ਮੌਕੇ ਤੇ ਹੀ ਹੋ ਜਾਂਦਾ ਹੈ। ਉਹ ਮੌਕੇ ਤੇ ਹੀ ਡਿਵੈਲਪਮੈਂਟ ਕੰਮਾਂ ਦੀ ਵੀ ਚੈਕਿੰਗ ਕਰ ਲੈਂਦੇ ਸੀ। ਮੁੱਖ ਮੰਤਰੀ ਰਹਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਜਦ ਵਿਦੇਸ਼ ਯਾਤਰਾ ਤੇ ਜਾਂਦੇ ਸੀ ਤੇ ਉੱਥੇ ਕੁਝ ਨਵਾਂ ਸਿੱਖ ਕੇ ਆਉਂਦੇ ਸੀ। ਅਜਿਹਾ ਬਿਲਕੁਲ ਨਹੀਂ ਸੀ ਕਿ ਵਿਦੇਸ਼ ਦੇ ਵਿੱਚ ਦੇਖਿਆ ਤੇ ਉੱਥੇ ਭੁੱਲ ਗਏ। ਉਹ ਵਿਦੇਸ਼ ਤੋਂ ਸਿੱਖੀ ਅਤੇ ਦੇਖੀ ਤਕਨੀਕਾਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਲਾਗੂ ਕਰਦੇ ਸੀ। ਇਜ਼ਰਾਈਲ ਦੇ ਵਿੱਚ ਉਹ ਡੇਅਰੀ ਫਾਰਮਿੰਗ ਦਾ ਕਨਸੈਪਟ ਦੇਖ ਕੇ ਆਏ ਤੇ ਪੰਜਾਬ ਦੇ ਪਿੰਡਾਂ ਵਿੱਚ ਲਾਗੂ ਕੀਤਾ। ਪਿੰਡਾਂ ਦੇ ਖੇਤਰਾਂ ਦੇ ਵਿੱਚ ਵਾਈਟ ਕ੍ਰਾਂਤੀ ਨੂੰ ਵਧਾਵਾ ਦੇਣ ਦੇ ਲਈ ਡੇਅਰੀ ਫਾਰਮ ਖੁਲਵਾਏ ਗਏ। ਸਭ ਤੋਂ ਪਹਿਲਾਂ ਉਹਨਾਂ ਨੇ ਡੇਅਰੀ ਫਾਰਮ ਨੂੰ ਆਪਣੇ ਵਿਧਾਨ ਸਭਾ ਖੇਤਰ ਲੰਬੀ ਦੇ ਤਹਿਤ ਆਉਂਦੇ ਪਿੰਡ ਕਾਲਚਰਾਣੇ ਵਿੱਚ ਖੋਲਿਆ। ਇਸ ਦਾ ਰਿਜ਼ਲਟ ਦੇਖਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਨੂੰ ਲਾਗੂ ਕਰਾਇਆ। ਸਰਕਾਰ ਵੱਲੋਂ ਦੁੱਧ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਅੱਛੀ ਨਸਲ ਦੇ ਪਸ਼ੂ ਖਰੀਦਣ ਤੇ ਸਬਸਿਡੀ ਦਾ ਵੀ ਪ੍ਰਬੰਧ ਕੀਤਾ। ਪੰਜਾਬ ਵਿੱਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਥਰਮਲ ਪਾਵਰ ਪਲਾਂਟ ਲਗਾਉਣ ਦਾ ਕਨਸੈਪਟ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਲੈ ਕੇ ਆਏ ਸੀ। ਉਹਨਾਂ ਨੇ 660 ਮੈਗਾਵਾਟ ਯੂਨਿਟ ਵਾਲੇ ਪਹਿਲੇ ਥਰਮਲ ਪਾਵਰ ਪਲਾਂਟ ਦਾ ਉਦਘਾਟਨ ਮਾਨਸਾ ਦੇ ਤਲਵੰਡੀ ਸਾਬੋ ਵਿੱਚ 2013 ਵਿੱਚ ਕੀਤਾ ਸੀ। ਇਹ ਥਰਮਲ ਪਾਵਰ ਪਲਾਂਟ ਸਰਕਾਰੀ ਖੇਤਰ ਵਿੱਚ ਨਹੀਂ ਬਲਕਿ ਨਿੱਜੀ ਖੇਤਰ ਵਿੱਚ ਖੋਲ੍ਹਿਆ ਗਿਆ ਸੀ ਤੇ ਸਮਝੌਤੇ ਦੇ ਤਹਿਤ ਖੋਲ੍ਹਿਆ ਗਿਆ ਸੀ ਕਿ ਪਲਾਂਟ ਤੋਂ ਸੂਬੇ ਨੂੰ 2.82 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਇਸ ਤੋਂ ਬਾਅਦ ਰਾਜਪੁਰਾ ਫਿਰ ਸਰਕਾਰੀ ਖੇਤਰ ਵਿੱਚ ਰੋਪੜ ਅਤੇ ਬਠਿੰਡਾ ਵਿੱਚ ਥਰਮਲ ਪਾਵਰ ਪਲਾਂਟ ਖੋਲ੍ਹੇ ਗਏ ਸੀ। ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਛੱਡ ਕੇ ਕੋਈ ਵੀ ਲਗਾਤਾਰ 2 ਵਾਰ ਮੁੱਖ ਮੰਤਰੀ ਨਹੀਂ ਰਿਹਾ। ਬਾਦਲ 2007 ਤੋਂ 2022 ਅਤੇ ਫਿਰ 2022 ਤੋਂ 2017 ਤੱਕ ਲਗਾਤਾਰ 2 ਟੈਨਿਓਰ ਪੰਜਾਬ ਦੇ ਮੁੱਖ ਮੰਤਰੀ ਰਹੇ। ਇੰਨਾ ਹੀ ਨਹੀਂ, ਸੂਬੇ ਵਿੱਚ 3 ਵਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਪਾਉਣ ਦਾ ਰਿਕਾਰਡ ਵੀ ਬਾਦਲ ਦੇ ਨਾਂ ਹੈ। ਉਹ 1970, 1977 ਅਤੇ 1985 ਵਿੱਚ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਪਾਏ ਸੀ ਤੇ ਇਸ ਦੇ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸਤ ਦਾ ਪ੍ਰਕਾਸ਼ ਚਲਾ ਗਿਆ।